ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਇਹਨਾਂ ਮਹਾਂਪੁਰਖਾਂ ਦੇ ਜੀਵਨ ਪ੍ਰਸੰਗ ਦੀ ਪਹਿਲੀ ਲੜੀਵਾਰ ਕਥਾ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਸੋ ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਇਸ ਸ੍ਰਿਸ਼ਟੀ ਦੇ ਅੰਦਰ ਦੋ ਸ਼ਕਤੀਆਂ ਦਾ ਆਪਸ ਵਿੱਚ ਹਮੇਸ਼ਾ ਜਿਹੜਾ ਹੈਗਾ ਉਹ ਤਾਣਾ ਬਾਣਾ ਯੁੱਧ ਚੱਲਦਾ ਰਿਹਾ ਹੈ। ਇੱਕ ਸ਼ਕਤੀ ਹੁੰਦੀ ਹੈ ਨੇਕੀ, ਦੂਸਰੀ ਹੁੰਦੀ ਹੈ ਬਦੀ। ਸੋ ਜਦ ਜਿਹੜੀ ਨੇਕੀ ਹੈਗੀ ਆ ਉਹ ਹਮੇਸ਼ਾ ਬਦੀ ਦੇ ਉੱਤੇ ਫਤਿਹ ਦਾ ਪ੍ਰਤੀਕ ਹੁੰਦੀ ਆ, ਪਰ ਕਈ ਵਾਰੀ ਹਾਲਾਤ ਜਿਹੜੇ ਐਸੇ ਹੁੰਦੇ ਆ ਕਿ ਜਦੋਂ ਨੇਕੀ ਕੁਛ ਟਾਈਮ ਲਈ ਜਦ ਰੁਕਦੀ ਆ ਤੇ ਬਦੀ ਜਿਹੜੀ ਹੈ ਨਾ ਉਹ ਆਪਣੇ ਆਪ ਦੇ ਵਿੱਚ ਆਪਣਾ ਪੂਰਾ ਜ਼ੋਰ ਲਾ ਕੇ ਜਦ ਪ੍ਰਬਲ ਹੁੰਦੀ ਆ ਤੇ ਬਦੀ ਦੇ ਇਸ ਵੇਗ ਨੂੰ ਰੋਕਣ ਵਾਸਤੇ ਉਸ ਟਾਈਮ ਫਿਰ ਅਕਾਲ ਪੁਰਖ ਸੱਚਖੰਡ ਦੇ ਵਿੱਚੋਂ ਬਹੁਤ ਹੀ ਮਹਾਨ ਆਤਮਾਵਾਂ, ਰੂਹਾਂ, ਸੰਤ ਮਹਾਂਪੁਰਖਾਂ ਦਾ ਇਸ ਸ੍ਰਿਸ਼ਟੀ ਮਾਤ ਲੋਕ ਦੇ ਵਿੱਚ ਆਗਮਨ ਕਰਦਾ ਹੈ। ਸੋ ਇਹਨਾਂ ਜਿਹੜੀਆਂ ਮਹਾਨ ਆਤਮਾਵਾਂ, ਰੂਹਾਂ, ਇਹਨਾਂ ਦੇ ਵਿੱਚੋਂ ਇੱਕ ਮਹਾਨ ਆਤਮਾ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਵੀ ਹੋਏ ਆ। ਸੋ ਉਹਨਾਂ ਦਾ ਜਿਹੜਾ ਹੈ ਨਾ ਜੀਵਨ ਪ੍ਰਸੰਗ ਹੈਗਾ ਬੜਾ ਦਿਲ ਖਿੱਚਵਾਂ ਮਹਾਂਪੁਰਖਾਂ ਦਾ ਹੈ। ਵੈਸੇ ਤਾਂ ਜਿੰਨੇ ਵੀ ਮਹਾਂਪੁਰਖ ਸਾਰਿਆਂ ਦਾ ਜੀਵਨ ਇਸ ਤਰ੍ਹਾਂ ਹੀ ਹੈ, ਪਰ ਹਰੇਕ ਮਹਾਂਪੁਰਖਾਂ ਦੀ ਆਪੋ ਆਪਣੀ ਜਿਹੜੀ ਹੈ ਉਹ ਵੱਖਰੀ ਪਛਾਣ ਹੁੰਦੀ ਹੈ, ਵੱਖਰੀ ਕਿਰਤ ਹੁੰਦੀ ਹੈ, ਵੱਖਰਾ ਸੰਦੇਸ਼ ਹੁੰਦਾ ਹੈ। ਸੋ ਉਹਨਾਂ ਦੀ ਇੱਕ ਆਪਣੀ ਵੱਖਰੀ ਕਾਰਗੁਜ਼ਾਰੀ ਇਸ ਸੰਸਾਰ ਦੇ ਅੰਦਰ ਚੱਲਦੀ ਆ। ਸੋ ਜਿਹੜੀ ਮਹਾਂਪੁਰਖਾਂ ਦੀ ਜਿਹੜਾ ਮਹਾਤਮਾ ਉਸ ਨੂੰ ਹਨਾ ਦਰਸਾਉਂਦੀ ਆ। ਸੋ ਇਸੇ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਅਗਰ ਆਪਾਂ ਥੋੜ੍ਹਾ ਜਿਹਾ ਵਸਾਵਲੀ ਨਾਮਾਂ ਦੇਖੀਏ ਤੇ ਇਹਨਾਂ ਦੇ ਵਿੱਚੋਂ ਬਾਬਾ ਫੇਰੂਮਲ ਜੀ ਹੋਏ ਆ, ਉਹਨਾਂ ਤੋਂ ਫਿਰ ਅੱਗੇ ਜਿਹੜੇ ਹੈ ਬਾਬਾ ਰਾਓ ਸਿੰਘ ਜੀ ਹੋਏ ਆ। ਉਸ ਤੋਂ ਜਿਹੜੀ ਬੰਸੋ ਗਾਂ ਚੱਲਦੀ ਬਾਬਾ ਹਰੀ ਚੰਦ ਸਿੰਘ ਜੀ ਹੋਏ ਆ ਤੇ ਉਸ ਤੋਂ ਬਾਅਦ ਫਿਰ ਬਾਬਾ ਜਿਹੜੇ ਹੈ ਤਖਤ ਸਿੰਘ ਜੀ ਹੋਏ, ਉਸ ਤੋਂ ਬਾਅਦ ਫਿਰ ਬਾਬਾ ਲਾਲ ਸਿੰਘ ਜੀ ਹੋਏ ਆ। ਸੋ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਪਿਤਾ ਜਿਹੜੇ ਸੀਗੇ ਇਹਨਾਂ ਦਾ ਨਾਂ ਸੀ ਬਾਬਾ ਲਾਲ ਸਿੰਘ ਜੀ ਤੇ ਇਹਨਾਂ ਦੀ ਮਾਤਾ ਦਾ ਨਾਂ ਹੋਇਆ ਹੈ ਮਹਿਤਾਬ ਕੌਰ। ਸੋ ਇਹ ਦੋਨੇ ਹੈ ਨਾ ਬੜੇ ਬੰਦਗੀ, ਬੜੇ ਭਜਨੀਕ ਜਿਹੜੇ ਸੀ, ਇਹ ਜੋ ਮਹਾਂਪੁਰਖ ਪ੍ਰੇਮੀ ਹੁੰਦੇ ਸੀ, ਗੁਰਸਿੱਖ ਸੀਗੇ। ਸਮਾਂ ਪਾ ਕੇ ਜਦ ਇੱਕ ਵਾਰ ਅੰਮ੍ਰਿਤ ਵੇਲਾ ਹੋਇਆ ਤੇ ਬਾਬਾ ਲਾਲ ਸਿੰਘ ਜੀ ਜਿਹੜੇ ਮਹਾਂਪੁਰਖਾਂ ਦੇ ਪਿਤਾ ਸੀਗੇ ਜਦ ਭਜਨ ਸਿਮਰਨ ਦੇ ਵਿੱਚ ਬੈਠੇ, ਉਸ ਟਾਈਮ ਇਹਨਾਂ ਦੀ ਜਦ ਬਿਰਤੀ ਜੁੜੀ ਆ ਤੇ ਉਸ ਟਾਈਮ ਅੰਮ੍ਰਿਤ ਵੇਲੇ ਕਿਸੇ ਨਿਰਾਲੀ ਚਿਹਰੇ ਨੇ ਜਿਹੜੇ ਸੀ ਦਰਸ਼ਨ ਦਿੱਤੇ। ਦਰਸ਼ਨ ਦੇ ਕੇ ਇਹ ਜਿਹੜੀ ਹੈ ਨਾ ਗੱਲ ਸੀ ਇਹਨਾਂ ਨੂੰ ਦੱਸੀ ਆ ਕਿ ਤੇਰੇ ਘਰ ਦੇ ਵਿੱਚ ਇੱਕ ਮਹਾਨ ਮੋਲਕ ਬਾਲਕ ਪ੍ਰਗਟ ਹੋਵੇਗਾ ਤੇ ਉਹ ਸਾਰੇ ਸੰਸਾਰ ਨੂੰ ਗੁਰੂ ਚਰਨਾਂ ਦੇ ਨਾਲ ਜੋੜੇਗਾ। ਜਦੋਂ ਇਹ ਜਿਹੜੀ ਸੀ ਨਾ ਅੰਦਰ ਆਕਾਸ਼ਬਾਣੀ ਜਾਂ ਜੋ ਅਖਿਆਲ ਫੁਰਨਾ ਜਿਹੜਾ ਸੀਗਾ ਉਸ ਨਿਰਾਲੀ ਚਿਹਰੇ ਵੱਲੋਂ ਪ੍ਰਗਟ ਹੋਇਆ, ਉਸ ਟਾਈਮ ਫਿਰ ਇਹਨਾਂ ਦੇ ਪਿਤਾ ਸਰਦਾਰ ਲਾਲ ਸਿੰਘ ਦੀ ਅੱਖ ਖੁੱਲ੍ਹੀ ਅਤੇ ਉਹਨਾਂ ਨੇ ਫਿਰ ਇਹ ਜਿਹੜੀ ਗੱਲ ਸੀ ਹੈ ਨਾ ਆਪਣੀ ਧਰਮ ਪਤਨੀ ਮਾਤਾ ਮਹਿਤਾਬ ਕੌਰ ਜੀ ਜਿਹੜੇ ਸੀਗੇ ਉਹਨਾਂ ਦੇ ਨਾਲ ਸਾਂਝੀ ਕੀਤੀ। ਸੋ ਜਦੋਂ ਸਾਂਝੀ ਕੀਤੀ ਆ ਤਾਂ ਫਿਰ ਮਾਤਾ ਜੀ ਬੜੇ ਖੁਸ਼ ਹੋਏ ਆ। ਉਹਨਾਂ ਨੇ ਫਿਰ ਮਨ ਦੇ ਵਿੱਚ ਇਹ ਜਿਹੜਾ ਸੀਗਾ ਇਹ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਮੇਰੇ ਘਰ ਦੇ ਵਿੱਚ ਅਗਰ ਕੋਈ ਵੀ ਆਏਗਾ ਨਾ ਤਾਂ ਮੈਂ ਕਿਸੇ ਨੂੰ ਖਾਲੀ ਨਹੀਂ ਜਾਣ ਦੇਣਾ। ਵੈਸੇ ਤਾਂ ਉਹ ਪਹਿਲਾਂ ਵੀ ਕਿਸੇ ਨੂੰ ਖਾਲੀ ਨਹੀਂ ਸੀ ਜਾਣ ਦਿੰਦੇ, ਪਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਆਪਣਾ ਦਾਨ ਪੁੰਨ ਸੀਗਾ ਹੈ ਨਾ ਉਹ ਜ਼ਿਆਦਾ ਵਧਾ ਦਿੱਤਾ ਸੀਗਾ। ਕੋਈ ਵੀ ਗਰੀਬ ਗੁਰਬਾ ਕੋਈ ਵੀ ਘਰ ਦੇ ਵਿੱਚ ਆਉਂਦਾ ਅਤੇ ਮਾਤਾ ਜੀ ਉਹਨਾਂ ਨੂੰ ਕੱਪੜੇ ਦਿੰਦੇ, ਲੋੜ ਅਨੁਸਾਰ ਵਸਤਰ ਭੋਜਨ ਸਾਰਾ ਛਕਾਉਂਦੇ, ਕਿਉਂਕਿ ਇਹਨਾਂ ਦਾ ਜਿਹੜਾ ਪਰਿਵਾਰ ਸੀਗਾ ਉਹ ਲੰਬੜਦਾਰ ਖਾਨਦਾਨੀ ਦੇ ਵਿੱਚੋਂ ਨਿਕਲਿਆ ਜਾਂਦਾ ਸੀਗਾ। ਇਸ ਕਰਕੇ ਜਿਹੜਾ ਸੀਗਾ ਇਹਨਾਂ ਦੀ ਕਿਰਤ ਖਾਸ ਤੌਰ 'ਤੇ ਜਿਹੜਾ ਉਹ ਜ਼ਿਮੀਂਦਾਰਾ ਸੀਗੀ। ਸੋ ਜ਼ਿਮੀਂਦਾਰ ਦੀ ਜਿਹੜੀ ਕਿਰਤ ਸੀ ਇਹਨਾਂ ਦੀ ਵੱਡੀ ਸੀਗੀ ਅਤੇ ਇਸ ਕਰਕੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਟੋਟ ਨਹੀਂ ਸੀਗੀ। ਸੋ ਸਮਾਂ ਪਾ ਕੇ ਜਦ ਇਹ ਜਿਹੜਾ ਜੋ ਵਚਨ ਸੀ ਇਹ ਬਾਬਾ ਲਾਲ ਸਿੰਘ ਹੁਣਾਂ ਦੇ ਜਦ ਅੰਮ੍ਰਿਤ ਵੇਲੇ ਅੰਦਰ ਆਕਾਸ਼ਬਾਣੀ ਦੇ ਥਾਣੀ ਪ੍ਰਗਟ ਹੋਇਆ ਸੀਗਾ, ਫਿਰ ਉਹ ਸਮਾਂ ਜਿਹੜਾ ਸੀਗਾ ਜਦ ਸੁਭਾਗਾ ਆਇਆ ਅਤੇ 1867 ਈਸਵੀ ਜਿਹੜਾ ਚੇਤਰ ਦਾ ਮਹੀਨਾ ਸੀਗਾ ਅਤੇ ਉਸ ਪੂਰਨਮਾਸ਼ੀ ਦੀ ਅੰਮ੍ਰਿਤ ਵੇਲੇ ਹੈ ਨਾ ਫਿਰ ਸੰਤ ਬਾਬਾ ਅਤਰ ਸਿੰਘ ਮਹਾਂਪੁਰਖ ਜਿਹੜੇ ਸੀਗੇ ਇਹਨਾਂ ਦਾ ਜਿਹੜਾ ਸੀਗਾ ਇਹਨਾਂ ਦੇ ਘਰ ਗ੍ਰਹਿ ਦੇ ਵਿਖੇ ਫਿਰ ਜਿਹੜਾ ਸੀ ਉਹ ਜਨਮ ਹੋਇਆ ਸੀ। ਸੋ ਜਦੋਂ ਮਹਾਂਪੁਰਖਾਂ ਦਾ ਜਿਹੜਾ ਪ੍ਰਕਾਸ਼ ਜਨਮ ਸਰਦਾਰ ਲਾਲ ਸਿੰਘ ਅਤੇ ਮਾਤਾ ਮਹਿਤਾਬ ਕੌਰ ਦੇ ਜਿਹੜੇ ਘਰ ਹੋਇਆ ਸੀਗਾ,
उस टाइम अचनचेत जिस कमरे दे विच जन्म होया सीगा वो कमरा जिहड़ा सी यकदम प्रकाश दे नाल भर गया सीगा। जद प्रकाश दे नाल भरिया सीगा ते जिहनूं देख के जिहड़ी सी ना दाई वो भी बड़ी चकित रह गई सी कि ये की होया। बस वो प्रकाश का एक ऐसा झटका सीगा, एक ऐसा हुलारा सीगा जिन्हें सारे कमरे नूं महक दे विच खिलार दित्ता। सो इस तरह जिहड़ा सीगा ये महापुरखां दा उस पूर्णमाशी चेत्र दे महीने जिहड़ा सीगा वो जन्म होया सीगा। उस तो बाद फिर जब समा होया ते बालक दी जिहड़ी परवरिश सी माता पिता ने बड़े चाअ ते लाडां दे नाल कीती आ। हौली हौली जो महापुरख जिहड़े सीगे वो 5 साल की उम्र दे विच होए आ ते फिर इन्हां दी जिहड़ी पढ़ाई सीगी है ना, खास करके गुरमत की पढ़ाई इन्हां दे पिता जी ने जिहड़ी सीगी एक भाई गुरमुख सिंह जी होए आ जो जिहड़े सी गुरु घर की सेवा करते हुंदे संत सुभाअ दे सीगे। उन्हां दे पास फिर बाबा अतर सिंह जी जिहड़े महापुरखां नूं पढ़न वास्ते भेजिया। सो पहले दिन भाई गुरमुख सिंह हुणां ने है ना महापुरखां नूं 5-35 दे अखर जिहड़े सीगे वो सीखण वास्ते दित्ते, पर इन्हां ने पहले दिन ही वो जिहड़े 5 अखर सीगे वो याद कर लए। याद करके ते उन्हां दी जिहड़ी बनावट सीगी वो भी जिहड़ी सीगी ये अपने उस्ताद भाई गुरमुख सिंह हुणां नूं जिहड़ी सी लिख के दिखाती ते जितों जिहड़ी देख के भाई गुरमुख सिंह जी बड़े प्रसन्न होए सी। उस तो बाद फिर अगले दिन जिहड़ी सीगी भाई गुरमुख सिंह ने पूरी 35 इन्हां नूं लिख के दित्ती। उस तो बाद देखो ये पढ़ते पढ़ते फिर जिहड़ी सी 22-12 फिर भगत बाणी इस तरह ये संथਿਆ लेंदे लेंदे जिहड़े सीगे ये गुरमत दे विच पूरे निपुण हो गए सीगे। इस तरह गुरमत की पढ़ाई के नाल नाल इन्हां ने गुरु घर की जिहड़ी सी वो सेवा भी करनी शुरू कर दी। अमृत वेले आउणा, गुरु घर दे विच झाड़ू देना, फिर बर्तन की जिहड़ी सी सफाई करनी। बर्तन की सफाई तो बाद फिर साध संगत दीयां जिहड़ियां जोड़े सीगे उन्हां दी भी जिहड़ी सी महापुरख सेवा करते रहे। इस तरह ये 10 साल की अणथक जिहड़ी मेहनत सी ना महापुरखां ने कीती आ ते जितों बहुत गुरमुख सुभाअ जिहड़ा सी इन्हां दे अंदर प्रचंड हो गया सीगा। उस तो बाद जद ये सारी सेवा ते विचे संथਿਆ धन गुरु ग्रंथ साहब की पूरी हुई आ ते महापुरखां की जिहड़ी उम्र सीगी है ना उन्हां टाइमां दे विच तकरीबन फिर 18 साल के करीब होई। 18 साल के करीब हुई है, पर इस उम्र दे विच इन्हां दे कई जिहड़े सी सज्जण मित्र दोस्त जिहड़े सीगे वो बहुत बने सी संत बाबा अतर सिंह महापुरखां दे। ते खास करके जिहड़े गरीब घर दे दोस्त हुंदे सी उन्हां नूं महापुरख अपने माता पिता वांगू कपड़े भी दान करदे सी, वस्त्र ते माया भी भेंट करदे हुंदे सी। ते इस तरह पिंड दे विच अगर कोई फौजी छुट्टी आ जांदा सीगा है ना ते उहदे कोल महापुरख जद बैठते सी तो उस फौजी जवान तो फौज का हाल चाल पुछदे हुंदे सी ते बड़े प्रसन्न रहिंदे सी। इस तरह पिंड दे जिहड़े कोई सियाणे गुरमुख सज्जण हुंदे सीगे उन्हां दे पास भी संत बाबा अतर सिंह जिहड़े ना बैठ के उन्हां तो पुरातन समय दे कई जिहड़ियां विचारां हुंदियां सीगीआं जां कई इतिहासक गल्लां जां गुरु घर दे जिहड़े प्रसंग हुंदे सी सुणदे हुंदे सीगे। इस तरह करते करते जब उम्र 18 साल दे विच होई आ ते महापुरखां दी रुचि खास करके है ना फौज की नौकरी वालों वधी आ। जब नौकरी वालों वधी आ ते इन्हां ने फौज की नौकरी करन दी इच्छा ज़्यादा अपने माता पिता दे नाल सांझी कीती आ, पर माता पिता ने सोचा कि साडे जिहड़े है बालक हैगे आ एक तो घर दे विच इकलौते आ, दूसरी गल ये हैगी आ कि अगर फौज दे विच भर्ती हो जाणगे साडीआं अखां तो दूर चल जाणगे। वैसे भी घर दे विच किसी चीज़ की घाट नहीं है, फौज की नौकरी करन दी कोई लोड़ नहीं आ। इस करके इन्हां दे माता पिता ने जिहड़ा सीगा अपने मोह दे विच महापुरखां दा ध्यान फौज की नौकरी तो हटाउण वास्ते है ना इन्हां दा जिहड़ा है विआह जां शादी जिहड़ी सीगी वो करन दा फैसला कर दित्ता। सो समा पा के है ना महापुरखां दी जिहड़ी है ना शादी सीगी इन्हां दे माता पिता ने जद कीती हैगी आ ते इस शादी दे विच इन्हां दी जिहड़ी घर वाली सी वो सी माता बिशन कौर जी, जिहड़े है ना पेके पिंड सी वो सी टोडरपुर जिहड़ा समराले दे लागे है। सो साल तो बाद महापुरखां दे गृह दे विच एक सुंदर बालक ने जन्म लिया सी जिहदा नां रखिया सीगा इंदर सिंह। सो इंदर सिंह जिहड़े सीगे है ना ये बड़े सोहणे सुनखे ते बहुत ही सुंदर बालक जिहड़े सीगे ये संत बाबा अतर सिंह हुणां दे बेटे होए जाए। सो पर इन्हां दे मन दे विच गृह दा सारा जिहड़ी साਂਭ संभाल सीगी जां गृह नूं किवें चलाउणा हैगा, घर परिवार किवें साਂਭਣਾ, माता पिता की सेवा किवें करनी आ, महापुरख सारा कुछ करते हुंदे भी ध्यान ज़्यादा सीगा कि मैं किसी ना किसी तरह ना फौज दे विच जाके एक बारी देश की सेवा भी जिहड़ी है जरूर करनी है। सो फौज विच भर्ती होने की खिच जिहड़ी सी ना महापुरखां दे अंदर जिउं दी त्यों ही बनी।
ਇੱਕ ਦਿਨ ਖਿੱਚ ਐਸੀ ਬਣੀ ਆ, ਰਾਤ ਨੂੰ ਹੈ ਨਾ ਸੁੱਤਿਆਂ ਨੂੰ ਛੱਡ ਕੇ ਮਹਾਂਪੁਰਖ ਭਰਤੀ ਹੋਣ ਵਾਸਤੇ ਜਿਹੜੇ ਸੀਗੇ ਉਹ ਘਰੋਂ ਬਾਹਰ ਚੱਲ ਗਏ। ਉਸ ਟਾਈਮ ਸੰਤ ਬਾਬਾ ਅਤਰ ਸਿੰਘ ਹੋਣਾ ਦੀ ਉਮਰ 20 ਸਾਲ ਦੇ ਕਰੀਬ ਸੀ। ਸੋ ਜਦ ਭਰਤੀ ਹੋਇਆ ਤੇ ਉਹ ਜਿਹੜੀ ਭਰਤੀ ਸੀਗੀ ਇਹ 8 ਜੂਨ 1887 ਈਸਵੀ ਦੀ ਗੱਲ ਹੈਗੀ ਹੈ। ਤੇ ਮਹਾਂਪੁਰਖ ਜਦ ਭਰਤੀ ਹੋਏ ਆ ਤੇ ਜਿਨ੍ਹਾਂ ਅਫਸਰਾਂ ਨੇ, ਜਵਾਨਾਂ ਨੇ ਮਹਾਂਪੁਰਖਾਂ ਨੂੰ ਭਰਤੀ ਕੀਤਾ ਸੀਗਾ ਤੇ ਮਹਾਂਪੁਰਖਾਂ ਦਾ ਬੜਾ ਉੱਚਾ ਲੰਮਾ ਤੇ ਸੁੰਦਰ ਸੁਡੌਲ ਸਰੀਰ ਦੇਖ ਕੇ ਇਹਨਾਂ ਨੂੰ ਸਿੱਧੇ ਹੀ ਭਰਤੀ ਕਰ ਲਿਆ ਸੀਗਾ। ਤੇ ਇਹ ਜਿਹੜੀ ਭਰਤੀ ਕੀਤੀ ਗਈ ਇਹ 36 ਨੰਬਰ ਸਿੱਖ ਪਲਟਨ ਦੇ ਵਿੱਚ ਹੋਈ ਆ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੀ। ਫਿਰ ਜਦ ਮਹਾਂਪੁਰਖ ਫੌਜ ਦੇ ਵਿੱਚ ਭਰਤੀ ਹੋਏ ਆ, ਸਮਾਂ ਪਾ ਕੇ ਕਾਰਨ ਐਸਾ ਬਣਿਆ ਹੈਗਾ ਕਿ ਇਹਨਾਂ ਦੀ ਇੱਕ ਵਾਰ ਜਿਹੜੀ ਹੈ ਨਾ ਆਪਣੇ ਫੌਜ ਦੀ ਪਲਟਨ ਸੀ ਇਹ ਨਸ਼ਹਿਰੇ ਛਾਉਣੀ ਗਈ। ਜਦ ਨਸ਼ਹਿਰੇ ਛਾਉਣੀ ਗਈ ਆ, ਇੱਥੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖ ਜਿਹੜੇ ਸੀਗੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਖਰ ਬੜੀਆਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਸੀਗੀ। ਔਰ ਖਾਸ ਕਰਕੇ ਫੌਜ ਦੇ ਜਿਹੜੇ ਜਵਾਨ ਸੀ ਨਾ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੁੰਦੇ ਸੀ। ਸੋ ਇਹਨਾਂ ਦਾ ਨਾਮ ਜਿਹੜਾ ਸੀਗਾ ਸੰਤ ਬਾਬਾ ਅਤਰ ਸਿੰਘ ਹੋਣਾ ਨੇ ਬਹੁਤ ਵਾਰੀ ਸੁਣਿਆ ਸੀ, ਬੜੀ ਚਾਹਨਾ ਸੀਗੀ। ਪਰ ਇਹਨਾਂ ਦੀ ਜਿਹੜੀ ਇੱਛਾ ਸੀਗੀ ਹੈ ਨਾ ਇਹ ਫਿਰ ਜਦ ਪੂਰੀ ਹੋਈ ਆ, ਜਦ ਪੂਰੀ ਹੋਈ ਤਾਂ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਹੋਣਾ ਦੇ ਪਹਿਲੀ ਵਾਰ ਜਦ ਦੀਵਾਨ 'ਚ ਗਏ ਆ ਤਾਂ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਬਹੁਤ ਨਿਹਾਲ ਹੋਏ ਸੀ। ਮਹਾਂਪੁਰਖਾਂ ਨੂੰ ਮੱਥਾ ਟੇਕਿਆ ਸੀਗਾ ਤੇ ਉਸ ਟਾਈਮ ਸੰਤ ਬਾਬਾ ਕਰਮ ਸਿੰਘ ਹੋਣਾ ਦੇ ਮਹਾਂਪੁਰਖਾਂ ਨੇ ਬਚਨ ਬਲਾਸ ਸੁਣੇ। ਜਦ ਬਚਨ ਬਲਾਸ ਸੁਣਦੇ ਸੀਗੇ ਤੇ ਇੰਨੇ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਹੋਣਾ ਦੇ ਬਚਨ ਬਲਾਸ ਸੁਣ ਕੇ ਸੰਤ ਬਾਬਾ ਅਤਰ ਸਿੰਘ ਹੋਣੀ ਨੇ ਪ੍ਰਭਾਵਿਤ ਹੁੰਦੇ ਸੀਗੇ ਹੈ ਨਾ। ਕਈ ਚਿਰ ਜਿਹੜੇ ਸੀਗੇ ਆਪਣੇ ਨਾਮ ਧਿਆਨ ਦੇ ਵਿੱਚ ਹੀ ਸੰਗਤ ਦੇ ਵਿੱਚ ਬੈਠੇ ਰਹਿੰਦੇ ਸੀਗੇ। ਸੋ ਪਰ ਮਹਾਂਪੁਰਖ ਜਿਹੜੇ ਸੀ ਜਦ ਬਚਨ ਬਲਾਸ ਕਰਦੇ ਸੀਗੇ, ਇਸ ਕਰਕੇ ਬਚਨਾਂ ਨੂੰ ਸੁਣਨ ਦੀ ਜਿਹੜੀ ਤਾਂਘ ਸੀ ਸੰਤ ਬਾਬਾ ਅਤਰ ਸਿੰਘ ਮਨ ਦੇ ਉੱਤੇ ਜਿਹੜੀ ਸੀ ਉਹ ਜ਼ਿਆਦਾ ਤੋਂ ਜ਼ਿਆਦਾ ਉਹ ਸਮਾਂ ਪਾ ਕੇ ਬਣਦੀ ਗਈ। ਇਸ ਵਿੱਚ ਸੰਤ ਬਾਬਾ ਅਤਰ ਸਿੰਘ ਜੀ 3 ਵਾਰ ਬਾਬਾ ਕਰਮ ਸਿੰਘ ਹੋਣਾ ਦੇ ਕੋਲ ਜਿਹੜੇ ਸੀ ਇਹ ਬਚਨ ਬਲਾਸ ਸੁਣਨ ਆਉਂਦੇ ਰਹੇ ਆ। ਪਰ ਕਿਉਂਕਿ ਫੌਜ ਦੀ ਨੌਕਰੀ ਸੀ ਇਸ ਕਰਕੇ ਬਦਲੀ ਜਦ ਦੂਰ ਦੀ ਹੋ ਗਈ, ਪਰ ਮਹਾਂਪੁਰਖਾਂ ਦੇ ਦਰਸ਼ਨਾਂ ਦੀ ਖਿੱਚ ਜਿਹੜੀ ਸੀਗੀ ਉਹ ਸਦਾ ਹੀ ਬਣੀ ਰਹਿੰਦੀ ਸੀ। ਪਰ ਇੱਕ ਵਾਰ ਜਦ 10ਵੀਂ ਦਾ ਜੋੜ ਮੇਲਾ ਆਇਆ ਹੈ ਨਾ, ਇਸ ਜੋੜ ਮੇਲੇ ਵਿੱਚ ਫਿਰ ਸੰਤ ਬਾਬਾ ਅਤਰ ਸਿੰਘ ਹੋਣਾ ਨੇ ਸੰਤ ਬਾਬਾ ਕਰਮ ਸਿੰਘ ਹੋਣਾ ਦੀ ਜਿਹੜੀ ਸੇਵਾ ਵਾਸਤੇ, ਉਹਨਾਂ ਦੇ ਦਰਸ਼ਨ ਵਾਸਤੇ ਅੰਦਰ ਜਿਹੜੀ ਖਿੱਚ ਸੀਗੀ ਹੈ ਨਾ, ਇਸ ਖਿੱਚ ਨੂੰ ਪੂਰਾ ਕਰਨ ਵਾਸਤੇ ਇੱਕ ਸੰਤ ਬਾਬਾ ਕਰਮ ਸਿੰਘ ਹੋਣਾ ਵਾਸਤੇ ਦਸਤਾਰ ਖਰੀਦੀ, ਇੱਕ ਚੋਲਾ ਬਣਾਇਆ, ਇੱਕ ਜੋੜਾ ਬਣਾਇਆ ਤੇ ਉੱਪਰ ਮਾਇਆ ਵੀ ਜਿਹੜੀ ਹੈ ਨਾ ਉਹ ਕਾਫੀ ਲੈ ਕੇ 10ਵੀਂ ਦੇ ਜੋੜ ਮੇਲੇ ਤੇ ਬਾਬਾ ਕਰਮ ਸਿੰਘ ਹੋਣਾ ਦੇ ਪਾਸ ਜਦ ਪਹੁੰਚੇ ਆ, ਉੱਥੇ ਜਾ ਕੇ ਫਿਰ ਸੰਤਾਂ ਨੇ ਸੰਤ ਬਾਬਾ ਕਰਮ ਸਿੰਘ ਹੋਣਾ ਨੂੰ ਜਦ ਆਪਣੀ ਭੇਟਾ ਰੱਖ ਕੇ ਮੱਥਾ ਟੇਕਿਆ। ਬਸ ਜਦ ਮੱਥਾ ਟੇਕਿਆ ਐਸੀ ਜਿਹੜੀ ਝਰਨਾਹਟ ਅੰਦਰ ਛਿੜੀ ਹੈ ਨਾ, ਬਸ ਰੋਮ ਰੋਮ ਦੇ ਵਿੱਚ ਐਸਾ ਬਰਾਗ ਆਇਆ। ਇਸ ਬਰਾਗ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਹੋਣਾ ਨੇ ਸੰਤ ਬਾਬਾ ਕਰਮ ਸਿੰਘ ਹੋਣਾ ਦੇ ਜਿਹੜੇ ਚਰਨ ਸੀਗੇ ਹੈ ਨਾ ਉਹ ਅਥਰੂਆਂ ਨਾਲ ਧੋਤੇ ਸੀ। ਜਦ ਚਰਨ ਅਥਰੂਆਂ ਨਾਲ ਧੋਤੇ ਤੇ ਫਿਰ ਬਾਬਾ ਕਰਮ ਸਿੰਘ ਹੋਣਾ ਨੇ ਹੈ ਨਾ ਸੰਤਾਂ ਨੂੰ ਕਿਹਾ ਸੀਗਾ, ਕਹਿੰਦੇ ਭਾਈ ਵੀ ਤੁਸੀਂ ਅਸੀਂ ਆਪਣੇ ਬਰਾਗ ਨੂੰ ਥੰਮੋ, ਥੰਮ ਕੇ ਅੰਦਰ ਜਾ ਕੇ ਹੈ ਨਾ ਸੰਗਤ ਦੀ ਸੇਵਾ ਕਰੋ। ਸੋ ਦੇਖੋ ਜਦ ਮਹਾਂਪੁਰਖਾਂ ਨੇ ਇਹ ਬਚਨ ਕੀਤਾ, ਉਸ ਟਾਈਮ ਫਿਰ ਸੰਤ ਬਾਬਾ ਅਤਰ ਸਿੰਘ ਹੋਣੀ ਸੀ ਮਹਾਂਪੁਰਖਾਂ ਦਾ ਬਚਨ ਮੰਨ ਕੇ ਜਦ ਉੱਠੇ ਆ, ਫਿਰ ਸੰਤਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਜਿੰਨੇ ਵੀ ਇਹਨਾਂ ਦੇ ਨਾਲ ਜਿਹੜੇ ਸੰਗੀ ਸਾਥੀ ਜਵਾਨ ਹੈ ਉਹ ਵੀ ਜਾ ਕੇ ਲੰਗਰ ਦੇ ਵਿੱਚ ਸੰਗਤ ਦੀ ਸੇਵਾ ਕਰੋ। ਤੇ ਉੱਥੇ ਸੰਤ ਬਾਬਾ ਲਾਲ ਸਿੰਘ ਜੀ ਸੇਵਾ ਕਰਦੇ ਆ, ਉਹਨਾਂ ਤੋਂ ਆਗਿਆ ਲੈ ਕੇ ਉਹਨਾਂ ਦੀ ਸੰਗਤ ਦੇ ਵਿੱਚ ਨਾਲ ਸੇਵਾ ਕਰੋ। ਸੋ ਸੰਤ ਬਾਬਾ ਅਤਰ ਸਿੰਘ ਜੀ ਸੰਗਤ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਸੇਵਾ ਕਰਦੇ ਰਹੇ ਆ। ਜਦ ਸੇਵਾ ਕਰਦੇ ਜਿਹੜੇ ਸੀਗੇ ਉਹ ਸ਼ਾਮ ਪੈ ਗਈ। ਫਿਰ ਸੰਤ ਬਾਬਾ ਕਰਮ ਸਿੰਘ ਹੋਣਾ ਨੇ ਫਿਰ ਸੰਤ ਬਾਬਾ ਅਤਰ ਸਿੰਘ ਹੋਣਾ ਨੂੰ ਆਪਣੇ ਪਾਸ ਬੁਲਾਇਆ ਸੀਗਾ। ਜਦ ਬੁਲਾਇਆ ਸੀ ਤਾਂ ਫਿਰ ਪੁੱਛਿਆ ਸੀਗਾ, ਕਹਿੰਦੇ ਭਾਈ ਵੀ ਸੇਵਾ ਜਿਹੜੀ ਸੀ ਅਸੀਂ ਸਵੇਰ ਤੋਂ ਕਰਦੇ ਹਾਂ, ਅਸੀਂ ਬੜੇ ਤੁਹਾਡੇ 'ਤੇ ਪ੍ਰਸੰਨ ਹੋਏ ਹਾਂ ਤੁਹਾਡੀ ਸੇਵਾ ਨੂੰ ਦੇਖ ਕੇ, ਇਸ ਕਰਕੇ ਹੁਣ ਤੁਸੀਂ ਹੈ ਨਾ ਸਾਡੇ ਨਾਲ ਗੁਫਾ ਵੱਲ ਚੱਲੋ। ਜਦ ਇਹ ਬਚਨ ਬਾਬਾ ਕਰਮ ਸਿੰਘ ਹੋਣਾ ਨੇ ਕਿਹਾ ਸੀਗਾ ਤੇ ਫਿਰ ਉਸ ਟਾਈਮ ਸੰਗਤਾਂ ਜਿਹੜੀਆਂ ਸੀਗੀਆਂ ਨਾ ਮਹਾਂਪੁਰਖਾਂ ਵਾਸਤੇ ਇੱਕ ਜਿਹੜਾ ਸੀਗਾ ਉਹ ਬਹਿੰਗੀ ਜਿਹਨੂੰ ਅਸੀਂ ਚੰਪਾਨ ਕਹਿੰਦੇ ਆ ਉਹ ਲੈ ਕੇ ਆਈ। ਉਹਦੇ ਵਿੱਚ ਫਿਰ ਬਾਬਾ ਕਰਮ ਸਿੰਘ ਹੋਣੀ ਜਦ ਬੈਠੇ ਆ, ਸੇਵਾਦਾਰਾਂ ਨੇ ਉਹ ਜਿਹੜੀ ਬਹਿੰਗੀ ਸੀਗੀ ਹੈ ਨਾ ਉਹ ਫਟਾਫਟ ਚੱਕ ਲਈ ਆ। ਪਰ ਬਾਬਾ ਅਤਰ ਸਿੰਘ ਹੋਣਾ ਦੇ ਮਨ ਦੇ ਵਿੱਚ ਵੀ ਫੁਰਨਾ ਬਣਿਆ ਕਿ ਮੈਂ ਵੀ ਬਹਿੰਗੀ ਨੂੰ ਹੱਥ ਪਾਵਾਂ। ਜਦ ਇਹਨਾਂ ਨੇ ਵੀ ਬਹਿੰਗੀ ਚੱਕੀ ਆ ਤੇ ਚੱਕ ਦੇ ਵਿੱਚ ਮਨ ਹੀ ਮਨ ਅਰਦਾਸ ਕੀਤੀ ਹੈ ਕਿ ਜਿੰਨਾ ਚੱਕਰ ਤੱਕ ਸੰਤ ਗੁਫਾ ਤੱਕ ਨਹੀਂ ਜਾਂਦੇ ਹਨ ਤਦ ਤੱਕ ਇਹ ਜਿਹੜੀ ਬਹਿੰਗੀ ਚੱਕਣ ਦੀ ਸੇਵਾ ਹੈਗੀ ਆ ਇਹ ਮੇਰੇ ਤੱਕ ਬਰਾਬਰ ਬਣੀ ਰਹੇ। ਪਰ ਦੇਖੋ ਬਾਬਾ ਕਰਮ ਸਿੰਘ ਹੋਣਾ ਨੇ ਇਹਨਾਂ ਦਾ ਫੁਰਨਾ ਜਿਹੜਾ ਸੀ ਅੰਦਰ ਨਾਪ ਕੇ
ਅਗਰ ਕੋਈ ਪ੍ਰੇਮੀ ਜਿਹੜਾ ਸੀਗਾ ਵਹਿੰਗੀ ਫਾਣ ਆਉਂਦਾ ਸੀਗਾ ਤਾਂ ਬਾਬਾ ਕਰਮ ਸਿੰਘ ਹੁਣੀ ਆਖ ਦਿੰਦੇ ਸੀਗੇ ਕਿ ਅਜੇ ਨਹੀਂ, ਇਹਨਾਂ ਨੂੰ ਹਜੇ ਸੇਵਾ ਕਰਨ ਦਿਓ। ਇਸ ਤਰ੍ਹਾਂ ਜਿਹੜੀ ਇਹ ਵਹਿੰਗੀ ਦੀ ਸੇਵਾ ਜਿਹੜੀ ਸੀਗੀ ਇਹ ਗੁਫਾ ਤੱਕ ਪਹਿਲੀ ਵਾਰ ਸੰਤ ਬਾਬਾ ਅਤਰ ਸੋਹਣਾ ਨੇ ਜਿਹੜੀ ਸੀਗੀ ਉਹ ਸੰਤ ਬਾਬਾ ਕਰਮ ਸੋਹਣਾ ਦੀ ਕੀਤੀ ਸੀਗੀ। ਜਦ ਫਿਰ ਉਸ ਵਹਿੰਗੀ ਤੋਂ ਮਹਾਂਪੁਰਖ ਜਿਹੜੇ ਸੀਗੇ ਗੁਫਾ ਤੱਕ ਪਹੁੰਚੇ ਆ, ਉਸ ਤੋਂ ਬਾਅਦ ਫਿਰ ਸੰਤ ਥੱਲੇ ਉਤਰੇ ਆ। ਉਸ ਟਾਈਮ ਉਤਰ ਕੇ ਮਹਾਂਪੁਰਖ ਜਿਹੜੇ ਸੀਗੇ ਉਹ ਗੜਵਾ ਲੈ ਕੇ ਤਾਂ ਦੂਰ ਜਿਹੜੇ ਸੀਗੇ ਉਹ ਨਿਕਲ ਗਏ ਆ। ਉੱਥੋਂ ਫਿਰ ਬਾਅਦ ਆ ਕੇ ਮਹਾਂਪੁਰਖ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਫਿਰ ਉੱਥੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਗਿਆ। ਜਦ ਭੋਗ ਪਾਇਆ ਗਿਆ, ਉਸ ਭੋਗ ਤੋਂ ਬਾਅਦ ਫਿਰ ਸੰਤ ਬਾਬਾ ਅਤਰ ਸੋਹਣਾ ਨੂੰ ਕਿਹਾ ਸੀਗਾ ਕਿ ਤੁਸੀਂ ਅੱਜ ਜਿਹੜਾ ਸੀ ਇੱਥੇ ਇਸ਼ਨਾਨ ਕਰਨਾ ਹੈਗਾ, ਸਵੇਰੇ ਤੁਸੀਂ ਸਾਡੇ ਨਾਲ ਕਿਸੇ ਹੋਰ ਅਸਥਾਨ 'ਤੇ ਜਾਣਾ ਹੈਗਾ। ਜਦ ਇਹ ਬਚਨ ਜਿਹੜਾ ਸੀਗਾ ਬਾਬਾ ਕਰਮ ਸੋਹਣਾ ਨੇ ਖਾਸ ਕਰਕੇ ਸੰਤ ਬਾਬਾ ਅਤਰ ਸੋਹਣਾ ਨੂੰ ਆਖਿਆ ਸੀਗਾ, ਅਤੇ ਬਾਬਾ ਅਤਰ ਸੋਹਣਾ ਦੇ ਮਨ ਦੇ ਵਿੱਚ ਬੜਾ ਭਾਰੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਚਾਅ ਬਣਿਆ ਸੀਗਾ। ਇਸੇ ਤਰ੍ਹਾਂ ਜਦ ਰਾਤ ਹੋਈ ਆ ਅਤੇ ਇੱਧਰ ਸੰਤ ਬਾਬਾ ਕਰਮ ਸੋਹਣੇ ਆਪਣੀ ਸਮਾਧੀ ਸਥਿਤ ਹੋ ਗਏ। ਅੰਮ੍ਰਿਤ ਵੇਲੇ ਆਪ ਸੰਗਤਾਂ ਜਾਣਦੀਆਂ ਕਿ 101 ਗਾਗਰ ਦੇ ਨਾਲ ਸੰਤ ਬਾਬਾ ਕਰਮ ਸਿੰਘ ਹੁਣੀ ਜੀ ਜਿਹੜੇ ਸੀਗੇ ਉਹ ਸੰਗਤਾਂ ਨੂੰ ਇਸ਼ਨਾਨ ਕਰਾਉਂਦੀਆਂ ਸੀਗੀਆਂ। ਇਹ ਇਸ਼ਨਾਨ ਵੀ ਫਿਰ ਸੰਤ ਬਾਬਾ ਅਤਰ ਸੋਹਣਾ ਨੇ ਮਹਾਂਪੁਰਖਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਸੀਗਾ ਉਹ ਪਹਿਲੀ ਵਾਰ ਸੇਵਾ ਦੇ ਤੌਰ 'ਤੇ ਕਰਾਇਆ ਸੀਗਾ। ਫਿਰ ਇਸ਼ਨਾਨ ਕਰਨ ਤੋਂ ਬਾਅਦ ਫਿਰ ਸੰਤ ਬਾਬਾ ਕਰਮ ਸਿੰਘ ਜੀ ਇਹ ਆਪ ਘੋੜੇ 'ਤੇ ਸਵਾਰ ਹੋ ਕੇ ਅਤੇ ਫਿਰ ਮਹਾਂਪੁਰਖਾਂ ਨੂੰ ਨਾਲ ਲੈ ਕੇ ਇੱਕ ਗੁਫਾ ਵੱਲੋਂ ਗਏ ਆ। ਉਹ ਜਿਹੜੀ ਗੁਫਾ ਸੀ ਨਾ ਉਹਨੂੰ ਬਘਿਆੜੀ ਵਾਲੀ ਗੁਫਾ ਆਖਦੇ ਹੁੰਦੇ ਸੀਗੇ। ਇਹ ਜਿਹੜੀ ਬਘਿਆੜੀ ਵਾਲੀ ਗੁਫਾ ਹੁੰਦੀ ਸੀ ਇਹ ਬੜੀ ਉਹਨਾਂ ਟਾਈਮਾਂ 'ਚ ਮਸ਼ਹੂਰ ਸੀ, ਕਿਉਂਕਿ ਇੱਥੇ ਇੱਕ ਬਘਿਆੜ ਜਿਹੜਾ ਜੋੜਾ ਰਹਿੰਦਾ ਹੁੰਦਾ ਸੀਗਾ। ਅਤੇ ਲੇਕਿਨ ਮਹਾਂਪੁਰਖਾਂ ਨੇ ਇਹ ਜਿਹੜੀ ਜਗ੍ਹਾ ਸੀ ਬੰਦਗੀ ਵਾਸਤੇ ਚੁਣੀ ਸੀ, ਤਾਂ ਜੋ ਕੋਈ ਇਨਸਾਨ ਇੱਥੇ ਬਘਿਆੜ ਦਾ ਡਰ ਕਰਕੇ ਇਹਨਾਂ ਦੀ ਜਿਹੜੀ ਤਪੱਸਿਆ ਜਾਂ ਸਮਾਧੀ ਹੈਗੀ ਆ ਉਸ ਤੱਕ ਪਹੁੰਚਣ ਦਾ ਯਤਨ ਨਾ ਕਰੇ। ਪਰ ਜਦ ਮਹਾਂਪੁਰਖ ਬਹਿੰਦੇ ਸੀ ਉਹ ਜਿਹੜੇ ਬਘਿਆੜ ਅਤੇ ਬਘਿਆੜੀ ਸੀ ਇਹ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ ਇਹਨਾਂ ਟਾਈਮਾਂ ਵਿੱਚ। ਪਰ ਸਮਾਂ ਪਾ ਕੇ ਜਿਹੜੇ ਸੀ ਇਹ ਬਘਿਆੜ ਅਤੇ ਬਘਿਆੜੀ ਜਿਹੜੇ ਸੀਗੇ ਇਹ ਮਹਾਂਪੁਰਖਾਂ ਦਾ ਹੁਕਮ ਸਮਝੋ ਕਿ ਜਦ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਇਹ ਅਸਥਾਨ ਛੱਡ ਗਏ ਸੀਗੇ। ਇੱਥੇ ਹੀ ਫਿਰ ਆ ਕੇ ਸੰਤ ਬਾਬਾ ਕਰਮ ਸੋਹਣੇ ਜਦ ਕੁਛ ਟਾਈਮ ਲੰਮੇ ਪਏ ਆ, ਫਿਰ ਇਹਨਾਂ ਦੀ ਜਿਹੜੀ ਮੁੱਠੀ ਜਪੀ ਸੀ ਉਹ ਬਾਬਾ ਅਤਰ ਸੋਹਣਾ ਨੇ ਕੀਤੀ ਆ। ਅਤੇ ਜਦ ਕੀਤੀ ਆ ਅਤੇ ਫਿਰ ਇਕਾਂਤ ਸਥਾਨ ਦੇ ਕੇ ਉਸ ਟਾਈਮ ਫਿਰ ਸੰਤ ਬਾਬਾ ਕਰਮ ਸਿੰਘ ਹੁਣੀ ਮਿਹਰ ਦੇ ਘਰ ਆਏ ਸੀ। ਮੁੱਠੀ ਜਪੀ ਕਰਦਿਆਂ ਹੀ ਨਾ ਫਿਰ ਬਾਬਾ ਕਰਮ ਸੋਹਣਾ ਨੇ ਬਾਬਾ ਅਤਰ ਸੋਹਣਾ ਨੂੰ ਕਿਹਾ ਸੀਗਾ ਕਿ ਅਗਰ ਕੋਈ ਮਨ ਦੀ ਇੱਛਾ ਸੰਕਲਪ ਹੈਗੀ ਆ ਅਤੇ ਤੁਸੀਂ ਜੋ ਕੁਛ ਮੰਗਣਾ ਮੰਗ ਲਓ, ਅਗਰ ਕੋਈ ਗੁਪਤ ਗੱਲ ਕਰਨੀ ਹੈ ਤੁਸੀਂ ਇੱਥੇ ਕਰ ਸਕਦੇ ਆ। ਸੋ ਉਸ ਟਾਈਮ ਫਿਰ ਇਹ ਸੁੰਦਰ ਜਿਹੜਾ ਪਹਿਲਾ ਮੌਕਾ ਸੀਗਾ ਇਹ ਬਾਬਾ ਅਤਰ ਸੋਹਣਾ ਨੂੰ ਸੰਤ ਬਾਬਾ ਕਰਮ ਸੋਹਣਾ ਹੀ ਦਿੱਤਾ ਸੀਗਾ। ਬਸ ਇਹ ਮੌਕਾ ਕਾਹਦਾ ਸੀਗਾ, ਜਿਵੇਂ ਕਹਿ ਲਓ ਕਿ ਜਿਵੇਂ ਇੱਕ ਪਾਰਸ ਦੇ ਨਾਲ ਲੋਹੇ ਦਾ ਛੋ ਜਾਣਾ ਅਤੇ ਕੰਚਨ ਬਣ ਜਾਣਾ। ਉਸ ਟਾਈਮ ਫਿਰ ਬਾਬਾ ਅਤਰ ਸੋਹਣਾ ਨੇ ਹੱਥ ਜੋੜ ਕੇ ਫਿਰ ਸੰਤ ਬਾਬਾ ਕਰਮ ਸਿੰਘ ਬੇਨਤੀ ਕੀਤੀ ਸੀ ਕਿ ਅਗਰ ਤੁਸੀਂ ਅੱਜ ਇੰਨੇ ਟੁੱਟੇ ਆ ਅਤੇ ਮੈਨੂੰ ਫਿਰ ਨਾਮ ਦੀ ਖੈਰ ਜਿਹੜੀ ਹੈ ਨਾ ਮੇਰੀ ਝੋਲੀ 'ਚ ਪਾਵੋ। ਬਸ ਜਦ ਇਹ ਭਜਨ ਕੀਤੇ ਸੀ ਅਤੇ ਫਿਰ ਮਹਾਂਪੁਰਖਾਂ ਨੇ ਕਿਹਾ ਸੀਗਾ, ਕਹਿੰਦੇ ਅਤਰ ਸਿਆਂ ਭਾਂਡਾ ਤਾਂ ਤੇਰਾ ਪਹਿਲਾਂ ਤੋਂ ਵੀ ਬਹੁਤ ਸਾਫ਼ ਹੈਗਾ, ਬਸ ਇਹਦੇ ਵਿੱਚ ਨਾਮ ਤਾਂ ਪਹਿਲਾਂ ਭਰਿਆ ਪਿਆ ਹੈਗਾ, ਪਰ ਅਸੀਂ ਹੁਣ ਜਿਹੜਾ ਨਾਮ ਹੈ ਗੁਰੂ ਨਾਨਕ ਦੀ ਬਰਕਤ ਦੇ ਨਾਲ ਇਹ ਤੇਰੇ ਅੰਦਰ ਹੁਣ ਸਦਾ ਲਈ ਟਿਕ ਜਾਵੇਗਾ। ਜਦ ਬਸ ਇਹ ਗੱਲ ਕਹਿਣ ਦੀ ਢੇਰ ਸੀ, ਐਸੀ ਮਿਹਰ ਦੀ ਨਿਗਾਹ ਕੀਤੀ ਉਸ ਟਾਈਮ ਬਾਬਾ ਕਰਮ ਸਿੰਘ ਹੋਣਾ ਨੇ ਕਿ ਸੰਤ ਬਾਬਾ ਅਤਰ ਸਿੰਘ ਹੋਣਾ ਦੇ ਰੋਮ ਦੇ ਵਿੱਚ ਜਿਹੜਾ ਸੀਗਾ ਉਹ ਫਿਰ ਸਿਮਰਨ ਚੱਲ ਪਿਆ ਸੀ। ਜਦ ਵਾਹਿਗੁਰੂ ਦੀਆਂ ਆਵਾਜ਼ਾਂ ਜਿਹੜੀਆਂ ਰੋਮ ਦੇ ਵਿੱਚੋਂ ਫਿਰ ਜਿਹੜੀਆਂ ਸੀ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਐਸੀਆਂ ਜਿਹੜੀਆਂ ਅਨਹਦ ਸ਼ਬਦ ਦੀਆਂ ਧੁਨੀਆਂ ਜਿਹੜੀਆਂ ਸੀ ਗੂੰਜੀਆਂ ਸੀਗੀਆਂ। ਜਿਉਂ ਕਹਿ ਲਓ ਕਿ ਜਿਵੇਂ ਸੰਤ ਬਾਬਾ ਕਰਮ ਸਿੰਘ ਜੀ ਅਤੇ ਸੰਤ ਬਾਬਾ ਅਤਰ ਸਿੰਘ ਦੋਨੇ ਜਿਹੜੇ ਸੀਗੇ ਇਸੇ ਹੀ ਆਨੰਦ ਦੇ ਵਿੱਚ ਇੱਕ ਰੂਪ ਹੋ ਗਏ ਸੀ। ਬਸ ਇਹ ਜਿਹੜੀ ਹਾਲਤ ਪਹਿਲੀ ਵਾਰ ਬਾਬਾ ਅਤਰ ਸੋਹਣਾ ਦੀ ਹੋਈ ਸੀਗੀ ਇਹ ਸੀ ਮਹਾਂਪੁਰਖਾਂ ਦੀ ਜਿਹੜੀ ਹੈ ਨਾ ਚਰਨ ਛੋਹ ਦੇ ਨਾਲ। ਸੋ ਉਸ ਤੋਂ ਬਾਅਦ ਫਿਰ ਜਦ ਇਹ ਹਾਲਤ ਤੋਂ ਜਿਹੜਾ ਸੀਗਾ ਕੁਛ ਸਮਾਂ ਬੀਤਿਆ, ਫਿਰ ਜਿਹੜੇ ਸੀਗੇ ਸੰਤ ਬਾਬਾ ਲਾਲ ਸਿੰਘ ਹੋਣੀ ਬਾਬਾ ਕਰਮ ਸਿੰਘ ਹੋਣਾ ਤੋਂ ਆਏ ਅਤੇ ਉਹਨਾਂ ਨੂੰ ਬੇਨਤੀ ਕੀਤੀ ਜੀ ਪ੍ਰਸ਼ਾਦਾ ਤਿਆਰ ਹੈ ਅਤੇ ਹੁਣ ਤੁਸੀਂ ਆ ਕੇ ਨਾ ਪ੍ਰਸ਼ਾਦਾ ਛਕੋ। ਅਤੇ ਉਸ ਟਾਈਮ ਜਦ ਪ੍ਰਸ਼ਾਦਾ ਜਿਹੜਾ ਸੀਗਾ ਉਹ ਬਾਬਾ ਲਾਲ ਸੋਹਣੀ ਲਿਆਏ ਸੀਗੇ ਅਤੇ ਬਾਬਾ ਕਰਮ ਸਿੰਘ ਹੋਣੀ ਬੜਾ ਥੋੜ੍ਹਾ ਪ੍ਰਸ਼ਾਦਾ ਛਕਦੇ ਸੀ। ਉਹਦੇ ਵਿੱਚ ਥੋੜ੍ਹੀ ਮੂੰਗੀ ਦੀ ਦਾਲ ਲੈ ਲੈਂਦੀ ਸੀ, ਥੋੜ੍ਹਾ ਰੁੱਖਾ ਜਿਹੜਾ ਸੀ ਪ੍ਰਸ਼ਾਦਾ ਜਿਹੜੇ ਛਕਦੇ ਸੀ। ਬਾਕੀ ਇਸੇ ਤਰ੍ਹਾਂ ਉਹ ਥਾਲ ਜਿਹੜਾ ਸੀਗਾ ਉਹ ਸੁੱਚੇ ਰੁਮਾਲੇ ਨਾਲ ਢੱਕ ਕੇ ਵਾਪਸ ਕਰ ਦਿੰਦੇ ਹੁੰਦੇ ਸੀ ਅਤੇ ਬਾਕੀ ਜਿਹੜਾ ਬਚਿਆ ਪ੍ਰਸ਼ਾਦ ਸੀਗਾ ਉਹਨੂੰ ਸਾਰੀਆਂ ਸੰਗਤਾਂ ਜਿਹੜੀਆਂ ਉਹ ਛਕਦੀਆਂ ਹੁੰਦੀਆਂ ਸੀ। ਸੋ ਇਹ ਜਿਹੜਾ ਸ਼ੀਤ ਪ੍ਰਸ਼ਾਦ ਸੀ ਉਸ ਟਾਈਮ ਜਿਹੜਾ ਸੀ ਉਹ ਬਾਬਾ ਅਤਰ ਸਿੰਘ ਹੋਣਾ ਨੇ ਵੀ
ਪਹਿਲੀ ਵਾਰ ਸੰਤ ਬਾਬਾ ਕਰਮ ਸਿੰਘ ਉਹਨਾਂ ਦਾ ਛਕਿਆ ਸੀਗਾ। ਬਸ ਪ੍ਰਸ਼ਾਦ ਕਾਹਦਾ ਛਕਿਆ ਸੀਗਾ ਕਿ ਜਿਵੇਂ ਕਹਿ ਲਓ ਕਿ ਕਿਸੇ ਅੰਮ੍ਰਿਤ ਦੇ ਝਰਨੇ ਦੇ ਵਿੱਚੋਂ ਜਿਹੜਾ ਹੈ ਨਾ ਉਹ ਸਦਾ ਲਈ ਜਿਹੜੇ ਹੈਗੇ ਆ ਉਹ ਮਹਾਂਪੁਰਖਾਂ ਨੇ ਜਿਹੜਾ ਘੁੱਟ ਪੀ ਕੇ ਆਪਣੇ ਅੰਦਰ ਨਾਮ ਦੇ ਝਰਨੇ ਜਿਹੜੇ ਆ ਉਹ ਸਦਾ ਲਈ ਵਗਾ ਦਿੱਤੇ ਹੈ। ਸੋ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਦਾ ਜਿਹੜਾ ਨਾਮ ਸੀਗਾ ਦਿਨ ਰਾਤ 24 ਘੰਟੇ 8 ਪੈਰ ਜਿਹੜਾ ਸੀ ਉਹ ਚੱਲਣਾ ਸ਼ੁਰੂ ਹੋ ਗਿਆ। ਜਾਂ ਕਹਿ ਲਓ ਕਿ ਇੱਕ ਜੋਤ ਉਸ ਨਿਰੰਕਾਰ ਦੇ ਨਾਲ ਹੋ ਗਈ, ਜਿਹਨੂੰ ਗੁਰਬਾਣੀ ਕਹਿੰਦੇ ਆ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੋ ਇੰਨੇ ਹੀ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।